ਪਿਆਰੇ ਵਿਦਿਆਰਥੀਓ ਦਾ ਸਵਾਗਤ ਹੈ ਅੱਜ ਦੇ ਇਸ ਸੈਸ਼ਨ ਵਿੱਚ। ਅੱਜ ਆਪਾਂ 8ਵੀਂ ਜਮਾਤ ਦੀ ਪਾਠ ਪੁਸਤਕ ਸਮਾਜਿਕ ਵਿਗਿਆਨ ਵਿੱਚੋਂ ਇਤਿਹਾਸ ਦੀ ਸਾਡਾ ਅਤੀਤ ਭਾਗ 3 ਵਿੱਚੋਂ ਪਾਠ 12 ਦਾ ਅਧਿਐਨ ਕਰਾਂਗੇ। ਬੱਚਿਓ, ਇਹ ਪਾਠ ਆਪਾਂ ਨੂੰ ਪੁਰਾਤਨ ਪੇਂਡੂ ਜੀਵਨ ਅਤੇ ਸਮਾਜ ਸੰਬੰਧੀ ਦਰਸਾਉਂਦਾ ਹੈ ਕਿ ਸਾਡੇ ਲੋਕ ਪਹਿਲਾਂ ਕਿਵੇਂ ਰਿਹਾ ਕਰਦੇ ਸੀ ਤੇ ਹੁਣ ਤੱਕ ਉਸ ਦੀਆਂ ਕੀ ਤਬਦੀਲੀਆਂ ਆਈਆਂ, ਇਸ ਬਾਰੇ ਆਪਾਂ ਜਾਣਨ ਦੀ ਇਸ ਪਾਠ ਵਿੱਚ ਕੋਸ਼ਿਸ਼ ਕਰਾਂਗੇ। ਸੋ ਇਸ ਪਾਠ ਨੂੰ ਪਿਆਰੇ ਵਿਦਿਆਰਥੀਓ ਅਸੀਂ 4 ਭਾਗਾਂ ਵਿੱਚ ਵੰਡ ਰਹੇ ਹਾਂ। ਅੱਜ ਆਪਾਂ ਇਸ ਦੇ ਪਹਿਲੇ ਭਾਗ ਬਾਰੇ ਪੜ੍ਹਾਂਗੇ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਪਾਠ ਦੇ ਨਾਂ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਸ ਵਿੱਚ ਆਪਾਂ ਪੇਂਡੂ ਜੀਵਨ ਭਾਵ ਪਿੰਡਾਂ ਦਾ ਜੀਵਨ ਕਿਹੋ ਜਿਹਾ ਹੈ, ਕਿਹੋ ਜਿਹਾ ਸੀ, ਉਸ ਬਾਰੇ ਜ਼ਿਕਰ ਕਰਾਂਗੇ। ਤੁਸੀਂ ਪੇਂਡੂ ਜੀਵਨ ਬਾਰੇ ਸੋਚੋ ਕਿ ਜਿੱਥੇ ਖੁੱਲ੍ਹੀਆਂ ਥਾਵਾਂ, ਖੇਤੀਬਾੜੀ ਕਰਦੇ ਲੋਕ, ਸਾਦੇ ਸਾਧ ਮੁਰਾਦੇ ਲੋਕ, ਖੁੱਲ੍ਹੇ ਸੁਭਾਅ ਜਿਨ੍ਹਾਂ 'ਤੇ, ਘੱਟ ਲੋੜਾਂ ਉਹਨਾਂ ਦੀਆਂ, ਹਰੀਆਂ ਭਰੀਆਂ ਫਸਲਾਂ ਤੇ ਇੱਕ ਖੁਸ਼ਨੁਮਾ ਮਾਹੌਲ, ਸਭ ਇੱਕ ਜਗ੍ਹਾ ਮਿਲ ਜੁਲ ਕੇ ਬੜੇ ਪਿਆਰ ਨਾਲ ਰਹਿੰਦੇ ਹਨ। ਸੱਭਿਆਚਾਰਕ ਸਾਂਝ ਦੀ ਝਲਕ ਸਾਨੂੰ ਪੈਂਦੀ ਹੈ। ਸੋ ਬੱਚਿਓ, ਅਸੀਂ ਆਪਣੇ ਪੇਂਡੂ ਸਮਾਜ ਬਾਰੇ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਪੇਂਡੂ ਜੀਵਨ ਦੀਆਂ ਕੁਝ ਤਸਵੀਰਾਂ ਦਿਖਾ ਰਿਹਾ ਹਾਂ। ਤੁਸੀਂ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਇਹ ਚੁੱਲ੍ਹੇ 'ਤੇ ਬੀਬੀਆਂ ਰੋਟੀ ਬਣਾ ਰਹੀਆਂ ਹਨ। ਔਰਤ ਮਧਾਣੀ ਨਾਲ ਦੁੱਧ ਰਿੜਕ ਰਹੀ ਹੈ, ਜੋ ਕਿ ਸਾਡੇ ਪਿੰਡਾਂ ਵਿੱਚ ਆਮ ਦੇਖਿਆ ਜਾਇਆ ਕਰਦਾ ਸੀ। ਔਰਤਾਂ ਪਸ਼ੂਆਂ ਲਈ ਚਾਰਾ ਜਾਂ ਪੱਠੇ ਲਿਆਉਂਦੀਆਂ ਹਨ। ਖੇਤਾਂ ਵਿੱਚ ਕੰਮ ਕਰਦੀਆਂ ਔਰਤਾਂ ਬੰਦਿਆਂ ਨਾਲ ਮੋਢਾ ਲਾ ਕੇ ਉਹਨਾਂ ਦੇ ਲਈ ਆਮਦਨ ਵਿੱਚ ਸਾਧਨ, ਉਹਨਾਂ ਦੀ ਵਸੀਲਿਆਂ ਵਿੱਚ ਵਾਧਾ ਕਰਨ ਲਈ ਆਪ ਕੰਮ ਕਰਦੀਆਂ ਉਹਨਾਂ ਨਾਲ ਦਿਖਾਈਆਂ ਗਈਆਂ ਹਨ। ਸਮਾਂ ਬਦਲਿਆ ਬੇਟਾ। ਹੌਲੀ ਹੌਲੀ ਸਾਡੇ ਸਮਾਜ ਵਿੱਚ ਕੁਝ ਤਬਦੀਲੀ ਆਉਣੀ ਸ਼ੁਰੂ ਹੋਈ। ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਤਬਦੀਲੀਆਂ ਹੋਈਆਂ। ਅੰਗਰੇਜ਼ਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਕਾਰਨ ਭਾਰਤੀ ਉਦਯੋਗ ਲਗਭਗ ਤਬਾਹ ਹੀ ਹੋ ਗਏ, ਕਿਉਂਕਿ ਅੰਗਰੇਜ਼ਾਂ ਨੇ ਭਾਰਤ ਵਿੱਚ ਕੁਝ ਨਵੇਂ ਉਦਯੋਗਾਂ ਦੀ ਸਥਾਪਨਾ ਕੀਤੀ। ਉਦਯੋਗ ਹੁੰਦੇ ਹੈ ਕਿ ਅਸੀਂ ਆਪਣੀ ਜਿਹੜੀ ਪੈਦਾਵਾਰ ਹੈ ਜਾਂ ਆਪਣਾ ਜਿਹੜਾ ਕੰਮ ਕਰਨ ਦੀ ਸਮਰੱਥਾ ਹੈ ਜਾਂ ਉਤਪਾਦਨ ਹੈ, ਉਹਨੂੰ ਕਿਵੇਂ ਹੋਰ ਵਧਾਉਣਾ ਹੈ। ਸੋ ਜਿਵੇਂ ਹੀ ਅੰਗਰੇਜ਼ ਸਾਡੇ ਭਾਰਤ ਵਿੱਚ ਆਏ, ਉਹਨਾਂ ਨੇ ਇੱਥੇ ਵੱਡੇ ਕਾਰਖਾਨੇ ਲਾਉਣੇ ਸ਼ੁਰੂ ਕੀਤੇ, ਜਿਨ੍ਹਾਂ ਦਾ ਉਦੇਸ਼ ਉਹਨਾਂ ਦਾ ਆਪਣੇ ਸਵਾਰਥ ਨੂੰ ਪੂਰਾ ਕਰਨਾ ਸੀ, ਵੱਧ ਤੋਂ ਵੱਧ ਧਨ ਕਮਾਉਣਾ ਸੀ। ਇਸ ਕਰਕੇ ਉਹਨਾਂ ਨੇ ਇੱਥੋਂ ਦੇ ਜੋ ਹੱਥਾਂ ਦੇ ਉੱਤੇ ਆਧਾਰਿਤ ਉਦਯੋਗ ਸੀ, ਉਹਨਾਂ ਨੂੰ ਖਤਮ ਕਰਕੇ ਆਪਣਾ ਨਵੇਂ ਮਸ਼ੀਨਾਂ ਰਾਹੀਂ ਸਮਾਨ ਤਿਆਰ ਕਰਨ ਲਈ ਉਦਯੋਗ ਸਥਾਪਿਤ ਕੀਤੇ, ਜਿਨ੍ਹਾਂ ਨਾਲ ਕਿ ਉਹ ਆਸਾਨੀ ਨਾਲ ਇੱਥੋਂ ਕੱਚਾ ਮਾਲ ਲੈ ਕੇ ਸਮਾਨ ਬਣਾ ਸਕਦੇ ਸੀ ਤੇ ਤਿਆਰ ਕੀਤਾ ਹੋਇਆ ਮਾਲ ਵੱਡੀਆਂ ਮੰਡੀਆਂ ਵਿੱਚ ਆਸਾਨੀ ਨਾਲ ਵੇਚਿਆ ਜਾ ਸਕਦਾ ਸੀ। ਅੰਗਰੇਜ਼ਾਂ ਨੇ ਭਾਰਤ ਵਿੱਚ ਲਗਾਨ ਇਕੱਠਾ ਕਰਨ ਲਈ ਕੁਝ ਪ੍ਰਬੰਧ ਕੀਤੇ। ਉਹਨਾਂ ਵਿੱਚ ਸੀ ਸਥਾਈ ਬੰਦੋਬਸਤ, ਠੇਕੇ 'ਤੇ ਭੂਮੀ ਦੇਣ ਦਾ ਪ੍ਰਬੰਧ ਜਾਂ ਇਜਾਰੇਦਾਰੀ ਇਹਨੂੰ ਬੋਲਿਆ ਜਾਂਦਾ ਸੀ, ਰਈਅਤਵਾੜੀ ਪ੍ਰਬੰਧ ਕੀਤਾ ਅਤੇ ਮਹਿਲਵਾੜੀ ਪ੍ਰਬੰਧਨ ਲਾਗੂ ਕੀਤੇ। ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ। ਅੰਗਰੇਜ਼ਾਂ ਦੇ ਆਉਣ ਨਾਲ ਭਾਰਤੀ ਖੇਤੀ ਦਾ ਸਰੂਪ ਵੀ ਬਦਲਿਆ। ਜਿੱਥੇ ਪਹਿਲਾਂ ਲੋਕ ਆਪਣੇ ਗੁਜ਼ਾਰੇ ਜੋਗੀ ਖੇਤੀ ਕਰਦੇ ਸੀ ਕਿ ਜਿੰਨੀ ਕੁ ਜ਼ਰੂਰਤ ਹੈ ਓਨਾ ਕੁ ਉਤਪਾਦਨ ਕਰ ਲਿਆ, ਪਰ ਅੰਗਰੇਜ਼ਾਂ ਦੇ ਆਉਣ ਨਾਲ ਖੇਤੀਬਾੜੀ ਕਮਰਸ਼ੀਅਲ ਹੋ ਗਈ, ਵਪਾਰੀਕਰਨ ਖੇਤੀ ਦਾ ਕਰ ਦਿੱਤਾ ਗਿਆ, ਜਿਸ ਨਾਲ ਕਿ ਖੇਤੀ ਵਿੱਚੋਂ ਵੀ ਲਾਭ ਕਮਾਉਣ ਦੇ ਢੰਗ ਤਰੀਕੇ ਲੱਭੇ ਗਏ। ਇਸ ਲਈ ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਨੀਤੀਆਂ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਸੀ। ਅੰਗਰੇਜ਼ ਵੱਖ-ਵੱਖ ਮੁਲਕਾਂ 'ਤੇ ਕਬਜ਼ਾ ਹੀ ਤਾਂ ਕਰਦੇ ਸੀ ਕਿ ਉਹ ਆਪਣੇ ਆਮਦਨ ਦੇ ਵਸੀਲਿਆਂ ਨੂੰ ਹੋਰ ਵਧਾ ਸਕਣ ਅਤੇ ਆਪਣਾ ਤਿਆਰ ਕੀਤਾ ਹੋਇਆ ਮਾਲ ਵੇਚ ਸਕਣ।
ਇਸ ਉਦੇਸ਼ ਨਾਲ ਉਹਨਾਂ ਨੇ ਭਾਰਤ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕੀਤੇ। ਇੱਥੋਂ ਦਾ ਉਦਯੋਗ ਉਹਨਾਂ ਨੇ ਬਿਲਕੁਲ ਬਦਲ ਕੇ ਰੱਖ ਦਿੱਤਾ। ਜੋ ਕੰਮ ਹੱਥੀਂ ਹੋਇਆ ਕਰਦਾ ਸੀ, ਇੱਕ ਦੂਜੇ ਤੇ ਅਸੀਂ ਨਿਰਭਰ ਹੋਇਆ ਕਰਦੇ ਸੀ, ਉਹ ਸਾਰਾ ਉਦਯੋਗ ਹੁਣ ਉਹਨਾਂ ਨੇ ਮਸ਼ੀਨਾਂ ਤੇ ਆਧਾਰਿਤ ਕਰ ਦਿੱਤਾ। ਇਸੇ ਤਰ੍ਹਾਂ ਖੇਤੀ ਦੇ ਵਿੱਚ ਕੀਤਾ। ਖੇਤੀਬਾੜੀ ਕਰਨਾ ਜਿੱਥੇ ਗੁਜ਼ਾਰੇ ਲਈ ਸੀਗਾ, ਉੱਥੇ ਹੁਣ ਉਹਨਾਂ ਨੇ ਖੇਤੀਬਾੜੀ ਤੋਂ ਲਾਭ ਕਮਾਉਣਾ ਸ਼ੁਰੂ ਕਰ ਦਿੱਤਾ ਤੇ ਲਾਭ ਵਾਲੀਆਂ ਫਸਲਾਂ ਵੀ ਬੀਜਣੀਆਂ ਸ਼ੁਰੂ ਕਰ ਦਿੱਤੀਆਂ। ਤੇ ਇਸ ਦੇ ਬਦਲੇ ਉਹ ਵੱਧ ਤੋਂ ਵੱਧ ਧਨ ਇਕੱਠਾ ਕਰਨ ਲਈ ਕੋਸ਼ਿਸ਼ਾਂ ਕਰਦੇ ਤੇ ਲੋਕਾਂ ਤੇ ਵਾਧੂ ਬੋਝ ਵੀ ਪਾਉਂਦੇ ਕਰਾਂ ਰਾਹੀਂ ਜਾਂ ਉਹਨਾਂ ਤੋਂ ਵੱਧ ਕੰਮ ਕਰਾ ਕੇ ਘੱਟ ਮਿਹਨਤ ਦੇ ਕੇ। ਸੋ ਉਹਨਾਂ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਵੱਧ ਤੋਂ ਵੱਧ ਕਮਾਈ ਕਰਕੇ ਆਪਣੇ ਦੇਸ਼ ਨੂੰ ਭੇਜਣਾ ਸੀ। ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਭਾਰਤ ਵਿੱਚ ਉਹਨਾਂ ਨੇ ਵੱਖ-ਵੱਖ ਲਗਾਨ ਹੁੰਦਾ ਕਰ, ਟੈਕਸ ਜਿਹਨੂੰ ਕਹਿੰਦੇ ਹਨ, ਉਹ ਪ੍ਰਣਾਲੀਆਂ ਲਾਗੂ ਕੀਤੀਆਂ। ਸਨ 1765 ਵਿੱਚ ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ, ਓਡੀਸ਼ਾ ਪ੍ਰਾਂਤਾਂ ਦੀ ਦੀਵਾਨੀ ਪ੍ਰਾਪਤ ਕਰਨ ਲਈ ਭੂਮੀ ਲਗਾਨ ਇਕੱਠਾ ਕਰਨ ਦਾ ਕੰਮ ਅਮਲਾਂ ਨੂੰ ਸੌਂਪ ਦਿੱਤਾ। ਇਹ ਸਾਰਾ ਭੂਮੀ ਪ੍ਰਬੰਧ ਕਰਨ ਵਾਸਤੇ ਉਹਨਾਂ ਨੇ ਆਪਣੇ ਅਮਲਾਂ ਭਾਵ ਕਿ ਐਕਟਿਵਿਸਟ ਜਿਨ੍ਹਾਂ ਨੂੰ ਜਾਗੀਰਦਾਰ ਕਿਹਾ ਜਾਂਦਾ ਹੈ, ਉਹਨਾਂ ਨੂੰ ਸੌਂਪ ਦਿੱਤਾ ਕਿ ਉਹ ਇੱਕ ਨਿਸ਼ਚਿਤ ਲਗਾਨ ਅਦਾ ਕਰਨਗੇ, ਜਿਨ੍ਹਾਂ ਬਾਰੇ ਆਪਾਂ ਅੱਗੇ ਪੜ੍ਹਾਂਗੇ ਵੀ। ਇਸ ਲਈ ਆਪਾਂ ਨੂੰ ਇਸ ਵਿੱਚ ਨਕਸ਼ਿਆਂ ਵਿੱਚ ਵੀ ਦਰਸਾਇਆ ਗਿਆ ਹੈ ਕਿ ਬੰਗਾਲ ਦੀ ਕਿਹੜੀ ਜਗ੍ਹਾ ਹੈਗੀ ਹੈ, ਬਿਹਾਰ ਭਾਰਤ ਦੇ ਕਿੱਥੇ ਸਥਿਤ ਸੀਗਾ, ਉੜੀਸਾ ਭਾਰਤ ਦੇ ਕਿੱਥੇ ਹੈ। ਇਹ ਇਹਨਾਂ ਨਕਸ਼ਿਆਂ ਨਾਲ ਅਸੀਂ ਜਾਣ ਸਕਦੇ ਹਾਂ। ਸੋ ਬੱਚਿਓ, ਆਓ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਅੰਗਰੇਜ਼ਾਂ ਦੀਆਂ ਖੇਤੀਬਾੜੀ ਨੀਤੀਆਂ ਸੰਬੰਧੀ ਜਾਣਨ ਦੀ। ਅੱਜ ਆਪਾਂ ਇੱਥੇ 2 ਨੀਤੀਆਂ ਦਾ ਜ਼ਿਕਰ ਕਰਾਂਗੇ ਤੇ ਉਹਨਾਂ ਤੋਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਕਿਵੇਂ ਦਾ ਪ੍ਰਬੰਧ ਇੱਥੇ ਲਾਗੂ ਕੀਤਾ ਤੇ ਕਿੰਨਾ ਕੁਝ ਬਦਲਾਅ ਲੈ ਆਂਦਾ। ਜਿੱਥੇ ਖੇਤੀ ਕੇਵਲ ਤੇ ਕੇਵਲ ਗੁਜ਼ਾਰੇ ਨਾਲ ਸੰਬੰਧਿਤ ਸੀ, ਜਿੱਥੇ ਖੇਤੀ ਸਿਰਫ ਭਾਈਚਾਰਕ ਸਾਂਝ ਤੱਕ ਸੰਬੰਧਿਤ ਸੀ, ਜਿੱਥੇ ਖੇਤੀ ਅਸੀਂ ਸਿਰਫ ਇੱਕ ਦੂਜੇ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਰਦੇ ਸੀ, ਉੱਥੇ ਹੁਣ ਖੇਤੀ ਵਪਾਰੀਕਰਨ ਵਿੱਚ ਬਦਲਣ ਲੱਗ ਪਈ। ਤੇ ਇਸ ਸਭ ਦਾ ਪ੍ਰਬੰਧ ਅੰਗਰੇਜ਼ਾਂ ਨੇ ਬੜੀ ਪਲੈਨਿੰਗ ਦੇ ਨਾਲ, ਬੜੇ ਯੋਜਨਾਬੱਧ ਤਰੀਕੇ ਨਾਲ ਕੀਤਾ। ਸੋ ਆਓ ਆਪਾਂ ਜਾਣੀਏ ਕਿ ਅੰਗਰੇਜ਼ਾਂ ਨੇ ਇਹ ਕਿਵੇਂ ਲਾਗੂ ਕੀਤਾ। ਸਭ ਤੋਂ ਪਹਿਲਾਂ ਬੱਚਿਓ, ਉਹਨਾਂ ਨੇ ਠੇਕੇ ਤੇ ਭੂਮੀ ਦੇਣ ਦਾ ਪ੍ਰਬੰਧ ਕੀਤਾ ਜਾਂ ਇਜਾਰੇਦਾਰੀ ਕਾਇਮ ਕੀਤੀ। ਲਾਰਡ ਵਾਨ ਹੇਸਟਿੰਗ ਨੇ ਲਗਾਨ ਇਕੱਠਾ ਕਰਨ ਲਈ 5 ਸਾਲ ਠੇਕੇ ਦਾ ਪ੍ਰਬੰਧ ਕੀਤਾ ਕਿ 5 ਸਾਲਾਂ ਵਾਸਤੇ ਧਰਤੀ ਠੇਕੇ ਤੇ, ਜ਼ਮੀਨ ਠੇਕੇ ਤੇ ਦਿੱਤੀ ਜਾਵੇਗੀ ਤੇ ਇਸ ਅਨੁਸਾਰ ਸਭ ਤੋਂ ਵੱਧ ਬੋਲੀ ਦੇਣ ਵਾਲਿਆਂ ਨੂੰ 5 ਸਾਲ ਲਈ ਭੂਮੀ ਕਰ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ ਕਿ ਉਹ ਆਮਿਲ ਜਾਂ ਐਕਟਿਵਿਸਟ ਜਾਂ ਜਾਗੀਰਦਾਰ ਆਪਣੀ ਮਰਜ਼ੀ ਨਾਲ ਅੱਗੋਂ ਭੂਮੀ ਜਿਨ੍ਹਾਂ ਨੂੰ ਦਿੰਦੇ ਹਨ ਉਹਨਾਂ ਤੋਂ ਭੂਮੀ ਕਰ ਉਗਰਾ ਸਕਣ। ਤੇ ਇਹ ਘੱਟੋ ਘੱਟ ਸਮਾਂ 5 ਸਾਲ ਨਿਯਤ ਕੀਤਾ ਗਿਆ ਕਿ 5 ਸਾਲ ਵਾਸਤੇ ਇਹ ਭੂਮੀ ਦਾ ਲਗਾਨ ਇਕੱਠਾ ਕਰਨਗੇ। ਸੋ ਪਰ ਇਹਦੇ ਵਿੱਚ 1777 ਈਸਵੀ ਵਿੱਚ ਉਸਨੇ 5 ਸਾਲ ਠੇਕੇ ਦੀ ਥਾਂ 1 ਸਾਲ ਠੇਕੇ ਦਾ ਪ੍ਰਬੰਧ ਕੀਤਾ। ਦੇਖੋ ਬੱਚੋ, ਪਹਿਲਾਂ 1765 ਵਿੱਚ ਈਸਟ ਇੰਡੀਆ ਕੰਪਨੀ ਨੇ ਇਹ ਕੋਸ਼ਿਸ਼ ਕੀਤੀ ਸੀ, ਲਾਰਡ ਹੇਸਟਿੰਗ ਨੇ, ਕਿ ਇਹ 5 ਸਾਲ ਦਾ ਠੇਕਾ ਹੋਵੇ, ਪਰ ਉਹਨੇ ਫਿਰ ਵਿਚਾਰ ਕੀਤਾ। 1777 ਵਿੱਚ ਉਸਨੇ 5 ਸਾਲ ਠੇਕੇ ਦੀ ਥਾਂ 1 ਸਾਲ ਠੇਕੇ ਦਾ ਪ੍ਰਬੰਧ ਕੀਤਾ। ਇਸ ਅਨੁਸਾਰ ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਲੁੱਟਦੇ ਸਨ। ਇਸ ਕਾਰਨ ਕਿਸਾਨਾਂ ਦੀ ਹਾਲਤ ਖਰਾਬ ਹੋ ਗਈ। ਹਰ ਸਾਲ ਲਗਾਨ ਦੇਣਾ ਪੈਂਦਾ ਸੀ, ਬਚਦਾ ਖੇਤੀ 'ਚ ਕੁਝ ਹੈ ਨਹੀਂ ਸੀ ਤੇ ਖੇਤੀ ਸਾਰੀ ਆਧਾਰਿਤ ਸੀ ਮੀਂਹ ਤੇ ਮੌਸਮ ਤੇ। ਮੀਂਹ ਵਧੀਆ ਪੈ ਗਿਆ, ਖੇਤੀ ਚੰਗੀ ਹੋ ਗਈ। ਮੀਂਹ ਘੱਟ ਪਿਆ ਜਾਂ ਵੱਧ ਪਿਆ ਤਾਂ ਫਸਲ ਖਰਾਬ ਹੋ ਗਈ ਤਾਂ ਖੇਤੀ ਖਰਾਬ ਹੋ ਗਈ। ਇਸ ਕਾਰਨ ਲਗਾਨ ਪਰ ਹਰ ਹਾਲ ਵਿੱਚ ਦੇਣਾ ਹੀ ਪੈਂਦਾ ਸੀ। ਇਸ ਕਰਕੇ ਫਿਰ ਇੱਕ ਵਾਰ ਲਾਰਡ ਕਾਰਨਵਾਲਿਸ ਨੇ
1793 ਈਸਵੀ ਵਿੱਚ ਬੰਗਾਲ ਅਤੇ ਬਿਹਾਰ ਪ੍ਰਾਂਤਾਂ ਵਿੱਚ ਸਥਾਈ ਬੰਦੋਬਸਤ ਦਾ ਪ੍ਰਬੰਧ ਕੀਤਾ। ਤੋ ਆਓ ਆਪਾਂ ਹੁਣ ਜਾਣਦੇ ਹਾਂ ਕਿ ਇਹ ਸਥਾਈ ਬੰਦੋਬਸਤ ਹੈ ਕੀ ਸੀ। 1793 ਈਸਵੀ ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿੱਚ ਸਥਾਈ ਬੰਦੋਬਸਤ ਭੂਮੀ ਲਗਾਨ ਪ੍ਰਬੰਧ ਸ਼ੁਰੂ ਕੀਤਾ। ਬਾਅਦ ਵਿੱਚ ਇਹ ਸਥਾਈ ਬੰਦੋਬਸਤ ਬਿਹਾਰ, ਓਡੀਸ਼ਾ, ਬਨਾਰਸ ਅਤੇ ਉੱਤਰੀ ਭਾਰਤ ਵਿੱਚ ਵੀ ਲਾਗੂ ਕੀਤਾ ਗਿਆ। ਹੌਲੀ ਹੌਲੀ ਇਸ ਦੇ ਪ੍ਰਬੰਧ ਨੂੰ ਜਾਣ ਕੇ ਉਹਨਾਂ ਨੇ ਦੇਖਿਆ ਕਿ ਇਸ ਤੋਂ ਸਾਨੂੰ ਵਧੀਆ ਸਿੱਟੇ ਨਿਕਲ ਰਹੇ ਹਨ, ਤਾਂ ਉਹਨਾਂ ਨੇ ਇਸ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਪ੍ਰਬੰਧ ਅਨੁਸਾਰ ਜ਼ਮੀਂਦਾਰ ਨੂੰ ਹਮੇਸ਼ਾ ਲਈ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਜਿੱਥੇ ਉਹਨਾਂ ਨੂੰ ਇਹ ਭੂਮੀ ਕੁਝ ਸਮੇਂ ਲਈ ਕਿਰਾਏ 'ਤੇ ਦਿੱਤੀ ਜਾਂਦੀ ਸੀ ਜਾਂ ਲਗਾਨ ਉਹਨਾਂ ਤੋਂ ਉਗਰਾਇਆ ਜਾਂਦਾ ਸੀ, ਹੁਣ ਜ਼ਮੀਨਦਾਰਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ ਤੇ ਉਹਨਾਂ ਤੋਂ ਇੱਕ ਸਥਾਈ ਲਗਾਨ ਸ਼ੁਰੂ ਕੀਤਾ ਗਿਆ ਕਿ ਭੂਮੀ 'ਤੇ ਜਿਹਨੂੰ ਵੀ ਇਹ ਭੂਮੀ ਜਾਂ ਇਹ ਖੇਤੀਬਾੜੀ ਯੋਗ ਜ਼ਮੀਨ ਅਲਾਟ ਕੀਤੀ ਜਾਵੇਗੀ, ਉਸ ਤੋਂ ਇੱਕ ਕਰ ਦੇ ਰੂਪ ਵਿੱਚ ਰਾਸ਼ੀ ਲਈ ਜਾਵੇਗੀ ਤੇ ਉਹ ਕਰ ਉਹ ਈਸਟ ਇੰਡੀਆ ਕੰਪਨੀ ਕੋਲੇ ਜਮ੍ਹਾਂ ਹੋਵੇਗਾ। ਇਹਨਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਵੀ ਨਿਸ਼ਚਿਤ ਕਰ ਦਿੱਤਾ ਗਿਆ। ਜੋ ਜ਼ਮੀਂਦਾਰ ਸਰਕਾਰੀ ਖਜ਼ਾਨੇ ਵਿੱਚ ਲਗਾਨ ਜਮ੍ਹਾਂ ਕਰਾਉਂਦੇ ਸਨ, ਜੇਕਰ ਉਹ ਕਿਸੇ ਕਾਰਨ ਕਰਕੇ ਅਜਿਹਾ ਨਹੀਂ ਕਰਦੇ ਸਨ ਤਾਂ ਸਰਕਾਰ ਉਹਨਾਂ ਦੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਲਗਾਨ ਦੀ ਰਕਮ ਪੂਰੀ ਕਰ ਲੈਂਦੀ ਸੀ। ਜ਼ਮੀਂਦਾਰਾਂ ਨੂੰ ਇਹ ਅਧਿਕਾਰ ਸੀ ਕਿ ਉਹ ਕਿਸਾਨਾਂ ਤੋਂ ਆਪਣੀ ਮਰਜ਼ੀ ਅਨੁਸਾਰ ਲਗਾਨ ਇਕੱਠਾ ਕਰਨ। ਇਸ ਲਈ ਬੱਚਿਓ, ਇਸ ਪ੍ਰਬੰਧ ਵਿੱਚ ਇਹ ਦੇਖਿਆ ਗਿਆ ਕਿ ਜ਼ਮੀਂਦਾਰ ਆਮ ਕਿਸਾਨਾਂ 'ਤੇ ਬੜੀ ਲੁੱਟ ਕਰਦੇ ਸਨ, ਉਹਨਾਂ ਤੋਂ ਜ਼ਬਰਦਸਤੀ ਲਗਾਨ ਉਗਰਾਉਂਦੇ ਸਨ ਤੇ ਇਸ ਸਥਾਈ ਬੰਦੋਬਸਤ ਦਾ ਸਭ ਤੋਂ ਵੱਡਾ ਫਾਇਦਾ ਜ਼ਮੀਂਦਾਰ ਨੂੰ ਹੋਇਆ, ਜੋ ਕਿ ਅੰਗਰੇਜ਼ਾਂ ਪਾਸ ਇੱਕ ਨਿਸ਼ਚਿਤ ਲਗਾਨ ਰਕਮ ਜਮ੍ਹਾਂ ਕਰਾਉਂਦੇ ਸਨ ਆਮ ਕਿਸਾਨ ਦੇ ਖੂਨ ਪਸੀਨੇ ਵਿੱਚੋਂ ਲੈ ਕੇ। ਪਰ ਇਹਨਾਂ ਜ਼ਮੀਂਦਾਰਾਂ ਨੂੰ ਜਿੱਥੇ ਪੱਕੇ ਤੌਰ 'ਤੇ ਭੂਮੀ ਦੇ ਮਾਲਕ ਤਾਂ ਬਣਾ ਦਿੱਤਾ ਗਿਆ, ਕੁਝ ਸੁਧਾਰ ਵੀ ਹੋਇਆ, ਪਰ ਇਸ ਸਥਾਈ ਬੰਦੋਬਸਤ ਦੇ ਕੁਝ ਦੋਸ਼ ਵੀ ਸਨ ਜਿਨ੍ਹਾਂ ਨੂੰ ਅਸੀਂ ਅੱਖੋਂ ਓਲੇ ਨਹੀਂ ਕਰ ਸਕਦੇ ਤੇ ਇਹਨਾਂ ਦੋਸ਼ਾਂ ਕਰਕੇ ਹੀ ਆਮ ਕਿਸਾਨ ਬਹੁਤ ਮਾੜੀ ਹਾਲਤ ਵਿੱਚ ਰਹਿ ਰਹੇ ਸਨ। ਸੋ ਆਓ ਜਾਣੀਏ ਕਿ ਸਥਾਈ ਬੰਦੋਬਸਤ ਦੇ ਕਿਹੜੇ ਦੋਸ਼ ਸਨ ਜਿਨ੍ਹਾਂ ਕਰਕੇ ਕਿਸਾਨਾਂ ਦੀ ਹਾਲਤ ਹੋਰ ਮਾੜੀ ਹੁੰਦੀ ਚਲੀ ਗਈ ਅਤੇ ਖੇਤੀ ਹੋਰ ਪਛੜਦੀ ਚਲੀ ਗਈ। ਜ਼ਮੀਂਦਾਰ ਕਿਸਾਨਾਂ ਉੱਤੇ ਬਹੁਤ ਅਤਿਆਚਾਰ ਕਰਦੇ ਸਨ। ਜਿੰਨੀ ਫਸਲ ਹੋਣੀ ਉਹਦੇ ਵਿੱਚੋਂ ਵੀ ਹਿੱਸਾ ਤੇ ਉਸ ਤੋਂ ਇਲਾਵਾ ਲਗਾਨ ਦੇ ਰੂਪ ਵਿੱਚ ਵੀ ਰਕਮ ਅਦਾ ਕਰਨੀ ਪੈਂਦੀ ਸੀ ਇੱਕ ਆਮ ਕਿਸਾਨ ਨੂੰ। ਇਸ ਲਈ ਕਿਸਾਨਾਂ ਦੀ ਹਾਲਤ ਬੜੀ ਤਰਸਯੋਗ ਸੀ। ਉਹਨਾਂ ਦਾ ਗਰੀਬੀ ਦਾ ਚੱਕਰ ਟੁੱਟ ਹੀ ਨਹੀਂ ਰਿਹਾ ਸੀ, ਜਿਸ ਕਰਕੇ ਉਹ ਆਰਥਿਕ ਤੌਰ 'ਤੇ ਪਛੜਦੇ ਚਲੇ ਗਏ। ਸਰਕਾਰ ਨੂੰ ਇਸ ਨਾਲ ਆਰਥਿਕ ਹਾਨੀ ਹੋਈ ਕਿਉਂਕਿ ਉਸ ਦੀ ਆਮਦਨ ਭੂਮੀ ਕਰ ਤਾਂ ਨਿਸ਼ਚਿਤ ਸੀ, ਪਰ ਖਰਚਾ ਵੱਧ ਰਿਹਾ ਸੀ। ਜਿਵੇਂ ਜਿਵੇਂ ਈਸਟ ਇੰਡੀਆ ਕੰਪਨੀ ਦਾ ਫੈਲਾਅ ਭਾਰਤ ਵਿੱਚ ਹੋ ਰਿਹਾ ਸੀ, ਉਸੇ ਢੰਗ ਦੇ ਨਾਲ ਉਸ ਦੇ ਖਰਚੇ ਵੀ ਵੱਧ ਰਹੇ ਸਨ। ਪਰ ਭੂਮੀ ਕਰ ਨਿਸ਼ਚਿਤ ਹੋਣ ਕਰਕੇ ਉਸ ਨੂੰ ਵਧਾਇਆ ਨਹੀਂ ਜਾ ਸਕਦਾ ਸੀ। ਇਸ ਕਰਕੇ ਸਰਕਾਰ ਵੀ ਇਸ ਸਥਾਈ ਬੰਦੋਬਸਤ ਤੋਂ ਕਿਤੇ ਨਾ ਕਿਤੇ ਚਿੰਤਤ ਸੀ ਕਿ ਇਸ ਨਾਲ ਸਾਡੀ ਆਮਦਨ ਨਹੀਂ ਵੱਧ ਰਹੀ, ਜਿਸ ਕਰਕੇ ਇਹ ਸਥਾਈ ਬੰਦੋਬਸਤ ਕਿਤੇ ਨਾ ਕਿਤੇ ਹੁਣ ਸਰਕਾਰ ਨੂੰ ਵੀ ਖਟਕ ਰਿਹਾ ਸੀ। ਕਰਾਂ ਦਾ ਬੋਝ ਖੇਤੀਬਾੜੀ ਨਾ ਕਰਨ ਵਾਲੇ ਹੋਰ ਧੰਦੇ ਦੇ ਲੋਕਾਂ ਉੱਤੇ ਪੈਣ ਲੱਗਾ। ਹੁਣ ਕਿਉਂਕਿ ਖਰਚਾ ਵੱਧਦਾ ਪਿਆ ਸੀ, ਸਰਕਾਰ ਨੂੰ ਪੈਸਿਆਂ ਦੀ ਵੱਧ ਲੋੜ ਸੀ, ਇਸ ਕਰਕੇ ਇਹ ਖੇਤੀਬਾੜੀ ਤੋਂ ਲਗਾਨ ਨਾ ਇਕੱਠਾ ਕਰਕੇ ਹੋਰ ਧੰਦਿਆਂ ਉੱਤੇ ਵੀ ਸਰਕਾਰ ਨੇ ਕਰ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਆਮ ਲੋਕ ਵੀ ਤੰਗ ਹੋਣੇ ਸ਼ੁਰੂ ਹੋ ਗਏ ਅਤੇ ਜਿਸ ਕਰਕੇ ਉਹਨਾਂ ਉੱਤੇ ਆਰਥਿਕ ਬੋਝ ਵੱਧਦਾ ਗਿਆ ਤੇ ਉਹ ਸਰਕਾਰ ਦੇ ਇਸ ਪ੍ਰਬੰਧ ਤੋਂ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਨ ਲੱਗੇ। ਸਰਕਾਰ ਦਾ ਕਿਸਾਨਾਂ ਨਾਲ ਸਿੱਧਾ ਸਬੰਧ ਨਹੀਂ ਸੀ। ਸਰਕਾਰ ਨੇ ਜ਼ਮੀਨ ਆਪਣੇ
ਜ਼ਮੀਂਦਾਰਾਂ ਨੂੰ ਦਿੱਤੀ ਹੋਈ ਸੀ, ਜਿਸ ਕਰਕੇ ਸਰਕਾਰ ਦਾ ਕਿਸਾਨਾਂ ਨਾਲ ਸਿੱਧਾ ਕੋਈ ਵਾਹ ਨਹੀਂ ਪੈਂਦਾ ਸੀ ਅਤੇ ਜ਼ਮੀਂਦਾਰ ਹੀ ਆਮ ਕਿਸਾਨ ਤੋਂ ਕਰ ਉਗਰਾਉਂਦਾ ਸੀ ਤੇ ਅੱਗੇ ਸਰਕਾਰ ਨੂੰ ਕੀ ਦਿੰਦਾ ਹੈ ਉਹ ਕਿਸਾਨ ਨੂੰ ਉਸ ਬਾਰੇ ਕੋਈ ਪਤਾ ਨਹੀਂ ਸੀ। ਇਸ ਕਰਕੇ ਇਹ ਇੱਕ ਕਾਰਨ ਵੀ ਰਿਹਾ ਕਿ ਕਿਸਾਨਾਂ ਦੀ ਲੁੱਟ ਜ਼ਿਮੀਂਦਾਰ ਵੱਧ ਕਰਦੇ ਸੀ, ਜਿਸ ਕਾਰਨ ਕਿਸਾਨਾਂ ਅਤੇ ਸਰਕਾਰ ਵਿੱਚ ਕੋਈ ਸਿੱਧਾ ਸੰਬੰਧ ਨਹੀਂ ਬਣ ਪਾ ਰਿਹਾ ਸੀ। ਸਥਾਈ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਲਸੀ ਅਤੇ ਐਸ਼ਪ੍ਰਸਤ ਬਣਾ ਦਿੱਤਾ। ਹੁਣ ਜ਼ਮੀਂਦਾਰ ਆਪ ਤਾਂ ਖੇਤੀ ਕਰਦੇ ਨਹੀਂ ਸੀ, ਉਹ ਕਿਸਾਨਾਂ ਤੋਂ ਖੇਤੀ ਕਰਵਾਉਂਦੇ ਸਨ ਅਤੇ ਉਹਨਾਂ ਤੋਂ ਫਸਲ ਵੀ ਲੈਂਦੇ ਸੀ ਤੇ ਨਾਲ ਦੀ ਨਾਲ ਰਕਮ ਵੀ ਉਗਰਾਉਂਦੇ ਸੀ ਜੋ ਉਹਨਾਂ ਨੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਸੀ ਤੇ ਇਸ ਦੇ ਨਾਲ ਹੀ ਉਹ ਆਪਣੇ ਖਰਚ ਵੀ ਇਹਨਾਂ ਕਿਸਾਨਾਂ ਸਿਰੋਂ ਹੀ ਪੂਰਿਆਂ ਕਰਦੇ ਸੀ, ਜਿਸ ਕਾਰਨ ਜ਼ਮੀਂਦਾਰ ਆਪ ਖੇਤੀ ਕਰਨ ਤੋਂ ਕਤਰਾਉਣ ਲੱਗ ਪਏ, ਆਲਸੀ ਹੋ ਗਏ ਅਤੇ ਆਪਣਾ ਐਸ਼ ਪ੍ਰਸਤੀ ਵਾਲਾ ਜੀਵਨ ਭਾਵ ਕਿ ਮौज ਮਸਤੀਆਂ ਕਰਨ ਵਾਲਾ ਜੀਵਨ ਬਤੀਤ ਕਰਨ ਲੱਗ ਪਏ। ਇਸ ਤਰ੍ਹਾਂ ਬੱਚਿਓ ਆਪਾਂ ਵੇਖਦੇ ਹਾਂ ਕਿ ਸਥਾਈ ਬੰਦੋਬਸਤ ਦੇ ਵਿੱਚ ਵੀ ਕੁਝ ਖਾਮੀਆਂ ਰਹੀਆਂ, ਜਿਸ ਕਰਕੇ ਹੌਲੀ ਹੌਲੀ ਇਹ ਬੰਦੋਬਸਤ ਵੀ ਸੁਧਾਰਨਾ ਪਿਆ। ਹੁਣ ਆਪਾਂ ਜਾਣਿਆ ਕਿ ਅੰਗਰੇਜ਼ਾਂ ਨੇ ਖੇਤੀਬਾੜੀ ਸੰਬੰਧੀ ਨੀਤੀਆਂ ਵਿੱਚ ਦਖਲ ਦਿੱਤਾ, ਖੇਤੀਬਾੜੀ ਵਿੱਚ ਸੁਧਾਰ ਲਿਆਉਣ ਲਈ ਉਹਨਾਂ ਕੋਸ਼ਿਸ਼ਾਂ ਕੀਤੀਆਂ। ਇਸ ਵਿੱਚ ਪਹਿਲੀ ਕੋਸ਼ਿਸ਼ ਸੀਗੀ ਕਿ ਭੂਮੀ ਤੇ ਠੇਕੇ ਤੇ ਭੂਮੀ ਦੇਣਾ ਜਾਂ ਇਜਾਰੇਦਾਰੀ ਕਾਇਮ ਕਰਨੀ, ਜਿਸ ਦਾ ਹੋਰ ਸੁਧਾਰ ਕੀਤਾ ਗਿਆ ਸਥਾਈ ਬੰਦੋਬਸਤ ਵਿੱਚ। ਫਿਰ ਇਹ ਬੰਦੋਬਸਤ ਵੀ ਕੁਝ ਦੋਸ਼ਾਂ ਨਾਲ ਭਰ ਗਿਆ ਅਤੇ ਇਸ ਵਿੱਚ ਕੁਝ ਦੋਸ਼ ਹੋਣ ਕਰਕੇ ਸਰਕਾਰ ਦਾ ਵਿਰੋਧ ਹੋਣ ਲੱਗਾ, ਜਿਸ ਵਿੱਚ ਸਰਕਾਰ ਨੇ ਫਿਰ ਇਸ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਦੇ ਆਪਣੇ ਇਸ ਟੌਪਿਕ ਵਿੱਚ ਆਪਾਂ ਨੇ ਦੋ ਚੀਜ਼ਾਂ ਬਾਰੇ ਜਾਣਿਆ ਕਿ ਸਾਡਾ ਜਿਹੜਾ ਪੇਂਡੂ ਜੀਵਨ ਅਤੇ ਸਮਾਜ ਸੀ ਉਸ ਵਿੱਚ ਕੁਝ ਤਬਦੀਲੀਆਂ ਹੋਈਆਂ ਅੰਗਰੇਜ਼ਾਂ ਦੇ ਆਉਣ ਕਰਕੇ ਅਤੇ ਅੰਗਰੇਜ਼ਾਂ ਨੇ ਭਾਰਤੀ ਉਦਯੋਗਾਂ ਨੂੰ ਅਣਗੌਲਿਆ ਕਰਕੇ ਆਪਣਾ ਆਰਥਿਕ ਪ੍ਰਬੰਧ ਮਜ਼ਬੂਤ ਕਰਨ ਅਤੇ ਆਰਥਿਕ ਲਾਭ ਪ੍ਰਾਪਤ ਕਰਨ ਲਈ ਇੱਥੇ ਨਵੇਂ ਉਦਯੋਗ ਸਥਾਪਿਤ ਕੀਤੇ ਅਤੇ ਖੇਤੀਬਾੜੀ ਵਿੱਚ ਵੀ ਉਹਨਾਂ ਨੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਖੇਤੀਬਾੜੀ ਦਾ ਪ੍ਰਬੰਧ ਉਹਨਾਂ ਨੇ ਆਪਣੇ ਚਹੇਤੇ ਜ਼ਿਮੀਂਦਾਰਾਂ ਨੂੰ ਸੌਂਪ ਦਿੱਤਾ ਅਤੇ ਉਹ ਅੱਗੋਂ ਕਿਸਾਨਾਂ ਪਾਸੋਂ ਲਗਾਨ ਇਕੱਠਾ ਕਰਦੇ ਸੀ ਅਤੇ ਲਗਾਨ ਦੇ ਵਿੱਚੋਂ ਆਪਣੀ ਐਸ਼ਪ੍ਰਸਤੀ ਵੀ ਕਰਦੇ ਸੀ ਅਤੇ ਆਪ ਕੋਈ ਕੰਮ ਧੰਦਾ ਨਹੀਂ ਕਰਦੇ ਸੀ। ਇਸ ਕਰਕੇ ਅੱਜ ਆਪਾਂ ਨੇ ਅੰਗਰੇਜ਼ਾਂ ਦੀਆਂ ਇਹਨਾਂ ਦੋ ਨੀਤੀਆਂ ਬਾਰੇ ਜਾਣਿਆ ਤੇ ਆਓ ਹੁਣ ਕੁਝ ਇਸ ਪਾਠ ਨਾਲ ਸੰਬੰਧਿਤ ਆਪਾਂ ਪ੍ਰਸ਼ਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਬਹੁ ਵਿਕਲਪੀ ਪ੍ਰਸ਼ਨ ਲੈਂਦੇ ਹਾਂ। ਅੰਗਰੇਜ਼ਾਂ ਦੀਆਂ ਨੀਤੀਆਂ ਕਾਰਨ ਭਾਰਤੀ ਉਦਯੋਗ ਤਬਾਹ ਹੋ ਗਏ। ਉਹ ਕਾਰਨ ਕਿਹੜੇ ਸੀ? ਇਹਨਾਂ 'ਚੋਂ ਕੋਈ ਇੱਕ ਹੈ ਊੜਾ ਰਾਜਨੀਤਿਕ ਨੀਤੀਆਂ, ਚੰਗੀਆਂ ਨੀਤੀਆਂ, ਆਰਥਿਕ ਨੀਤੀਆਂ, ਉਪਰੋਕਤ ਸਾਰੇ ਹੀ। ਇਹਨਾਂ ਵਿੱਚ ਸਾਡੇ ਕੋਲੇ ਸਹੀ ਉੱਤਰ ਜੋ ਹੈ ਉਹ ਐੜਾ ਹੈ ਆਰਥਿਕ ਨੀਤੀਆਂ। ਅੰਗਰੇਜ਼ਾਂ ਨੇ ਦੂਜਾ ਪ੍ਰਸ਼ਨ ਹੈ ਅੰਗਰੇਜ਼ਾਂ ਨੇ ਲਗਾਨ ਇਕੱਠਾ ਕਰਨ ਲਈ ਪ੍ਰਬੰਧ ਲਾਗੂ ਕੀਤੇ। ਸਥਾਈ ਬੰਦੋਬਸਤ, ਰਈਅਤਵਾੜੀ, ਮਹਿਲਵਾੜੀ, ਉਪਰੋਕਤ ਸਾਰੇ। ਤੇ ਇਹਨਾਂ ਦਾ ਬੱਚਿਓ ਸਾਡੇ ਪਾਸ ਉੱਤਰ ਆਵੇਗਾ ਸੱਸਾ ਵਾਲਾ ਉਪਰੋਕਤ ਸਾਰੇ। ਲਾਰਡ ਕਾਰਨਵਾਲਿਸ ਨੇ ਸਭ ਤੋਂ ਪਹਿਲਾਂ ਸਥਾਈ ਬੰਦੋਬਸਤ ਸ਼ੁਰੂ ਕੀਤਾ। ਕਿੱਥੇ ਸ਼ੁਰੂ ਕੀਤਾ ਸੀ? ਚਾਰ ਆਪਸ਼ਨ ਨੇ ਸਾਡੇ ਕੋਲੇ, ਬੰਗਾਲ, ਬਿਹਾਰ, ਉੜੀਸਾ। ਤਾਂ ਇਹਦਾ ਉੱਤਰ ਜੋ ਠੀਕ ਹੈ ਉਹ ਹੋਵੇਗਾ ਊੜਾ, ਬੰਗਾਲ ਵਿੱਚ। 4 ਨੰਬਰ ਤੇ ਪ੍ਰਸ਼ਨ ਹੈ ਇਸ ਪ੍ਰਬੰਧ ਅਨੁਸਾਰ ਜ਼ਮੀਂਦਾਰਾਂ ਨੂੰ ਹਮੇਸ਼ਾ ਲਈ ਭੂਮੀ ਦੇ ਮਾਲਕ ਬਣਾ ਦਿੱਤਾ। ਮਹਿਲਵਾੜੀ ਪ੍ਰਬੰਧ, ਰਈਅਤਵਾੜੀ ਪ੍ਰਬੰਧ, ਸਥਾਈ ਬੰਦੋਬਸਤ ਜਾਂ ਇਹਨਾਂ 'ਚੋਂ ਕੋਈ ਨਹੀਂ। ਤੇ ਇਹਦਾ ਸਹੀ ਉੱਤਰ ਸਾਡੇ ਪਾਸ ਹੈ ਸਥਾਈ ਬੰਦੋਬਸਤ। ਸੋ ਅੱਗੇ ਸਾਡੇ ਕੋਲੋਂ ਪ੍ਰਸ਼ਨ ਹਨ ਕਿ ਇਹਨਾਂ ਦੇ ਆਪਾਂ 1 ਤੋਂ 15 ਸ਼ਬਦਾਂ ਵਿੱਚ ਉੱਤਰ ਦੇਣਾ ਹੈ। ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ
ਦੀਵਾਨੀ ਪ੍ਰਾਪਤ ਕਦੋਂ ਕੀਤੀ? ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ ਅਤੇ ਓਡੀਸ਼ਾ ਵਿੱਚ ਦੀਵਾਨੀ ਕਦੋਂ ਪ੍ਰਾਪਤ ਕੀਤੀ? ਤੇ ਇਹਦਾ ਉੱਤਰ ਸਾਡੇ ਕੋਲੇ ਹੈ ਸਨ 1765 ਈਸਵੀ ਵਿੱਚ। ਫਿਰ ਦੂਜਾ ਪ੍ਰਸ਼ਨ ਹੈ ਬੱਚਿਓ, ਲਗਾਨ ਇਕੱਠਾ ਕਰਨ ਲਈ 5 ਸਾਲਾ ਠੇਕੇ ਦਾ ਪ੍ਰਬੰਧ ਕਿਸ ਨੇ ਕੀਤਾ? ਲਗਾਨ ਇਕੱਠਾ ਕਰਨ ਦਾ 5 ਸਾਲਾ ਪ੍ਰਬੰਧ ਕਿਸ ਨੇ ਕੀਤਾ? ਤਾਂ ਇਸ ਦਾ ਉੱਤਰ ਹੈ ਲਾਰਡ ਕਾਰਨਵਾਲਿਸ ਨੇ। ਲਾਰਡ ਕਾਰਨਵਾਲਿਸ ਨੇ। ਪ੍ਰਸ਼ਨ ਨੰਬਰ 3 ਸਾਡੇ ਕੋਲੇ ਹੈ 5 ਸਾਲਾਂ ਦੀ ਥਾਂ 1 ਸਾਲਾ ਠੇਕੇ ਦਾ ਪ੍ਰਬੰਧ ਕਦੋਂ ਕੀਤਾ ਗਿਆ? ਪ੍ਰਸ਼ਨ ਦੁਹਰਾ ਦਿੱਤਾ ਜਾਂਦਾ ਹੈ 5 ਸਾਲਾਂ ਦੀ ਥਾਂ 1 ਸਾਲਾ ਠੇਕੇ ਦਾ ਪ੍ਰਬੰਧ ਕਦੋਂ ਕੀਤਾ ਗਿਆ? ਤਾਂ ਇਸ ਦਾ ਉੱਤਰ ਹੈ ਸਨ 1777 ਈਸਵੀ ਵਿੱਚ। ਸਨ 1777 ਈਸਵੀ ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਕਦੋਂ ਸ਼ੁਰੂ ਕੀਤਾ? ਲਾਰਡ ਕਾਰਨਵਾਲਿਸ ਨੇ ਬੰਗਾਲ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਕਦੋਂ ਸ਼ੁਰੂ ਕੀਤਾ? ਤਾਂ ਇਸ ਦਾ ਉੱਤਰ ਹੈ 1793 ਈਸਵੀ ਵਿੱਚ। 1793 ਈਸਵੀ ਵਿੱਚ। ਪ੍ਰਸ਼ਨ ਨੰਬਰ 5 ਸਥਾਈ ਬੰਦੋਬਸਤ ਪ੍ਰਬੰਧ ਲਾਗੂ ਹੋਣ ਤੇ ਜ਼ਮੀਂਦਾਰ ਕਿਸਾਨਾਂ ਨਾਲ ਕਿਹੋ ਜਿਹਾ ਵਰਤਾਓ ਕਰਦੇ ਸਨ? ਸਥਾਈ ਬੰਦੋਬਸਤ ਪ੍ਰਬੰਧ ਲਾਗੂ ਹੋਣ ਤੇ ਜ਼ਮੀਂਦਾਰ ਕਿਸਾਨਾਂ ਨਾਲ ਕਿਹੋ ਜਿਹਾ ਵਰਤਾਓ ਕਰਿਆ ਕਰਦੇ ਸਨ? ਤਾਂ ਇਸ ਦਾ ਉੱਤਰ ਹੈ ਕਿ ਜ਼ਮੀਂਦਾਰ ਕਿਸਾਨਾਂ ਉੱਤੇ ਅਤਿਆਚਾਰ ਕਰਿਆ ਕਰਦੇ ਸਨ। ਹੁਣ ਆਪਾਂ ਕੁਝ ਖਾਲੀ ਥਾਵਾਂ ਭਰਾਂਗੇ। ਪਹਿਲੀ ਖਾਲੀ ਥਾਂ ਹੈ ਆਰਥਿਕ ਨੀਤੀਆਂ ਕਾਰਨ ਭਾਰਤੀ ਉਦਯੋਗ ਡੈਸ਼ ਹੋ ਗਏ। ਆਰਥਿਕ ਨੀਤੀਆਂ ਕਾਰਨ ਭਾਰਤੀ ਉਦਯੋਗ ਡੈਸ਼ ਹੋ ਗਏ। ਤਾਂ ਇਸ ਖਾਲੀ ਥਾਂ ਵਿੱਚ ਆਵੇਗਾ ਤਬਾਹ ਹੋ ਗਏ। ਫਿਰ ਦੂਜੀ ਹੈ ਅੰਗਰੇਜ਼ਾਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਡੈਸ਼ ਇਕੱਠਾ ਕਰਨਾ ਸੀ। ਅੰਗਰੇਜ਼ਾਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਡੈਸ਼ ਇਕੱਠਾ ਕਰਨਾ ਸੀ, ਧਨ ਇਕੱਠਾ ਕਰਨਾ ਸੀ। ਫਿਰ ਪ੍ਰਸ਼ਨ ਨੰਬਰ ਖਾਲੀ ਥਾਂ ਸਾਡੇ ਕੋਲੇ 3 ਹੈ ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਡੈਸ਼ ਹੋਈਆਂ। ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਤਬਦੀਲੀਆਂ ਹੋਈਆਂ। 4 ਨੰਬਰ ਤੇ ਹੈ ਲਗਾਨ ਇਕੱਠਾ ਕਰਨ ਦਾ ਕੰਮ ਡੈਸ਼ ਨੂੰ ਸੌਂਪ ਦਿੱਤਾ। ਲਗਾਨ ਇਕੱਠਾ ਕਰਨ ਦਾ ਕੰਮ ਅਮਿਲਾਂ ਨੂੰ ਸੌਂਪ ਦਿੱਤਾ। 5 ਨੰਬਰ ਤੇ ਹੈ ਸਰਕਾਰ ਨੂੰ ਦਿੱਤਾ ਜਾਣ ਵਾਲਾ ਡੈਸ਼ ਨਿਸ਼ਚਿਤ ਕਰ ਦਿੱਤਾ ਗਿਆ। ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਬੇਟਾ ਅਸੀਂ ਅੱਗੇ ਸਹੀ ਮਿਲਾਨ ਕਰਾਂਗੇ। ਭਾਗ ਊੜਾ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਹੈ ਈਸਟ ਇੰਡੀਆ, ਉਦਯੋਗ, ਸਥਾਈ ਬੰਦੋਬਸਤ, ਖਜ਼ਾਨਾ, ਭੂਮੀ। ਤੇ ਇਵੇਂ ਹੀ ਸਾਡੇ ਕੋਲੇ ਭਾਗ ਐੜਾ ਵਿੱਚ ਸਾਨੂੰ ਦਿੱਤਾ ਹੋਇਆ ਹੈ ਲਗਾਨ, ਧਨ, ਵਪਾਰਕ ਕੰਪਨੀ, ਲਗਾਨ ਪ੍ਰਬੰਧ, ਕਾਰਖਾਨੇ। ਆਓ ਆਪਾਂ ਹੁਣ ਇਹਨਾਂ ਦਾ ਮਿਲਾਨ ਕਰਨ ਦੀ ਕੋਸ਼ਿਸ਼ ਕਰੀਏ। ਈਸਟ ਇੰਡੀਆ ਕੰਪਨੀ, ਵਪਾਰਕ ਕੰਪਨੀ, ਉਦਯੋਗ, ਕਾਰਖਾਨੇ, ਸਥਾਈ ਬੰਦੋਬਸਤ, ਲਗਾਨ ਪ੍ਰਬੰਧ, ਖਜ਼ਾਨਾ, ਧਨ, ਭੂਮੀ, ਲਗਾਨ। ਸੋ ਇਹ ਸਾਡੇ ਮਿਲਾਨ ਸੀਗੇ। ਤੇ ਇਹ ਬੱਚਿਓ ਆਪਾਂ ਨੂੰ ਇੱਕ ਤਸਵੀਰ ਦਿਖਾਈ ਗਈ ਹੈ, ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਕਿਸ ਦੀ ਹੈ। ਲਾਰਡ ਵਾਨ ਹੇਸਟਿੰਗ। ਇਹ ਤਸਵੀਰ ਕਿਹਨਾਂ ਦੀ ਹੈ? ਤਾਂ ਲਾਰਡ ਕਾਰਨਵਾਲਿਸ। ਇਸ ਤਸਵੀਰ ਵਿੱਚ ਆਪਾਂ ਕੀ ਵੇਖ ਰਹੇ ਹਾਂ? ਇਹ ਤਸਵੀਰ ਸਾਨੂੰ ਪਿੰਡ ਵਿੱਚ ਬੈਠੇ, ਸੱਥ ਵਿੱਚ ਬੈਠੇ ਵਿਅਕਤੀਆਂ ਨੂੰ ਦਰਸਾ ਰਹੀ ਹੈ ਕਿ ਇੱਕ ਸਾਂਝੇ ਥਾਂ ਤੇ ਉਹ ਬੈਠੇ
ਆਪਣਾ ਵਿਚਾਰ ਵਿਮਰਸ਼ ਕਰਦੇ ਹਨ, ਆਪਣੇ ਪਿੰਡ ਬਾਰੇ ਗੱਲਾਂ ਕਰਦੇ ਹਨ ਜਾਂ ਆਪਣੇ ਮਨੋਰੰਜਨ ਦੀਆਂ ਗੱਲਾਂ ਜਾਂ ਖੇਡਾਂ ਖੇਡਦੇ ਹਨ। ਸੋ ਇਸ ਤਸਵੀਰ ਵਿੱਚ ਸਾਨੂੰ ਕੀ ਦਿਖਾਇਆ ਜਾ ਰਿਹਾ ਹੈ, ਤਾਂ ਇਹ ਤਸਵੀਰ ਸਾਨੂੰ ਦਰਸਾਉਂਦੀ ਹੈ ਕਿ ਨਵੇਂ ਤਰੀਕਿਆਂ ਨਾਲ ਕਣਕ ਜਾਂ ਝੋਨੇ ਦੀ ਕਟਾਈ ਹੋ ਰਹੀ ਹੈ। ਜਿਸ ਮਸ਼ੀਨ ਦੇ ਨਾਲ ਇਹ ਝੋਨਾ ਤੇ ਕਣਕ ਕੱਟੀ ਜਾਂਦੀ ਹੈ ਉਸ ਨੂੰ ਕੰਬਾਈਨ ਬੋਲਦੇ ਹਨ, ਜਿਸ ਨਾਲ ਕਿ ਅਸੀਂ ਆਪਣੀ ਫਸਲ ਦਾ ਝਾੜ ਵੀ ਵਧਾ ਸਕਦੇ ਹਾਂ ਅਤੇ ਛੇਤੀ ਆਪਣੀ ਫਸਲ ਨੂੰ ਸਾਂਭ ਵੀ ਸਕਦੇ ਹਾਂ। ਸੋ ਪੂਰੇ ਪਾਠ ਵਿੱਚ ਬੱਚਿਓ ਅੱਜ ਆਪਾਂ ਨੇ ਇਸ ਪਾਠ ਦੇ ਜਿਸ ਭਾਗ ਨੂੰ ਵਿਚਾਰਿਆ ਹੈ ਉਸ ਵਿੱਚ ਆਪਾਂ ਜਾਣਿਆ ਹੈ ਕਿ ਪੇਂਡੂ ਜੀਵਨ ਅੰਗਰੇਜ਼ਾਂ ਦੇ ਸਮੇਂ ਕਿਹੋ ਜਿਹਾ ਸੀ ਤੇ ਉਹਨਾਂ ਦੇ ਆਉਣ ਨਾਲ ਇਸ ਵਿੱਚ ਕੀ ਤਬਦੀਲੀਆਂ ਆਈਆਂ ਤੇ ਅੰਗਰੇਜ਼ਾਂ ਨੇ ਇਹ ਤਬਦੀਲੀਆਂ ਦਾ ਕਿਉਂ ਉਹਨਾਂ ਨੇ ਇਹਨਾਂ ਤਬਦੀਲੀਆਂ ਨੂੰ ਇੱਥੇ ਲਿਆਂਦਾ। ਇਹਨਾਂ ਪਿੱਛੇ ਉਹਨਾਂ ਦਾ ਆਪਣਾ ਵੱਡਾ ਸਵਾਰਥ ਸੀ, ਕਿਉਂਕਿ ਉਹ ਇਥੋਂ ਸਾਡੇ ਦੇਸ਼ ਵਿੱਚੋਂ ਕੱਚਾ ਮਾਲ ਪ੍ਰਾਪਤ ਕਰਕੇ ਫਿਰ ਉਸ ਨੂੰ ਇੰਗਲੈਂਡ ਦੇ ਕਾਰਖਾਨਿਆਂ ਵਿੱਚੋਂ ਬਣਾ ਕੇ ਸਾਡੇ ਇਸ ਦੇਸ਼ ਵਿੱਚ ਦੁਬਾਰਾ ਵੇਚਦੇ ਸਨ, ਜਿਸ ਨਾਲ ਕਿ ਉਹ ਆਪਣੇ ਦੇਸ਼ ਵਿੱਚ ਵੱਧ ਤੋਂ ਵੱਧ ਇੱਥੋਂ ਧਨ ਲਿਜਾ ਸਕਣ ਅਤੇ ਸਾਡੇ ਲੋਕਾਂ ਤੋਂ ਉਹ ਵੱਧ ਤੋਂ ਵੱਧ ਕਮਾਈ ਕਰ ਸਕਣ। ਇਹ ਕਮਾਈ ਉਹ ਦੋ ਤਰ੍ਹਾਂ ਕਰਦੇ ਸਨ। ਪਹਿਲਾਂ ਵਸੀਲੇ ਸਾਡੇ ਕੋਲ ਮੁਫਤ ਦੇ ਭਾਅ ਲੈ ਕੇ ਜਾਂਦੇ ਸਨ, ਸਾਡੇ ਲੋਕਾਂ ਤੋਂ ਮਿਹਨਤ ਕਰਵਾਉਂਦੇ ਸਨ ਅਤੇ ਫਿਰ ਆਪਣਾ ਬਣਿਆ ਹੋਇਆ ਮਾਲ ਉਹ ਸਾਨੂੰ ਇੱਥੇ ਵੇਚਦੇ ਸਨ, ਜਿਸ ਨਾਲ ਕਿ ਉਹ ਦੁੱਗਣੀ ਕਮਾਈ ਕਰਦੇ ਸਨ। ਇਸ ਲਈ ਅੰਗਰੇਜ਼ਾਂ ਨੇ ਇੱਥੋਂ ਦੇ ਪ੍ਰਬੰਧ ਵਿੱਚ ਬਦਲਾਅ ਲਿਆਂਦੇ। ਸਭ ਤੋਂ ਪਹਿਲਾਂ ਉਹਨਾਂ ਨੇ ਸਾਡੀ ਖੇਤੀਬਾੜੀ ਵੱਲ ਵੇਖਿਆ, ਕਿਉਂਕਿ ਸਾਡਾ ਮੂਲ ਆਧਾਰ ਹੀ ਖੇਤੀਬਾੜੀ ਸੀ। ਅੱਜ ਵੀ ਭਾਰਤ ਦਾ ਬਹੁਤ ਵੱਡਾ ਹਿੱਸਾ ਖੇਤੀਬਾੜੀ 'ਤੇ ਹੀ ਨਿਰਭਰ ਹੈ ਤੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਾਂ ਅੰਗਰੇਜ਼ਾਂ ਦੇ ਆਇਆਂ 'ਤੇ ਭਾਰਤੀ ਲੋਕ ਸਿਰਫ ਤੇ ਸਿਰਫ ਖੇਤੀਬਾੜੀ ਕਰਕੇ ਹੀ ਗੁਜ਼ਾਰਾ ਕਰਿਆ ਕਰਦੇ ਸਨ ਅਤੇ ਇਹ ਖੇਤੀਬਾੜੀ ਬਹੁਤ ਹੀ ਲਿਮਿਟਿਡ ਜਾਂ ਬਹੁਤ ਹੀ ਸੀਮਿਤ ਸੀ ਕਿ ਅਸੀਂ ਆਪਣੀਆਂ ਲੋੜਾਂ ਜੋਗੀ ਹੀ ਖੇਤੀ ਕਰਦੇ ਸੀ। ਉਸ ਤੋਂ ਵੱਧ ਅਸੀਂ ਕਮਾਈ ਵਾਸਤੇ ਇਹ ਖੇਤੀ ਧੰਦਾ ਨਹੀਂ ਕਰਦੇ ਸੀ, ਜਿਸ ਕਰਕੇ ਅੰਗਰੇਜ਼ਾਂ ਨੇ ਇੱਥੋਂ ਆ ਕੇ ਇੱਥੋਂ ਦੇ ਪ੍ਰਬੰਧ ਨੂੰ ਦੇਖਿਆ ਤੇ ਜ਼ਮੀਨਾਂ ਦੇ ਕੁਝ ਲੋਕਾਂ ਨੂੰ ਮਾਲਕ ਬਣਾ ਦਿੱਤਾ, ਜਿਨ੍ਹਾਂ ਨੂੰ ਜ਼ਗੀਰਦਾਰ ਕਿਹਾ ਜਾਂਦਾ ਸੀ ਤੇ ਉਹਨਾਂ ਜ਼ਗੀਰਦਾਰਾਂ ਨੂੰ ਉਹਨਾਂ ਨੇ ਅਧਿਕਾਰ ਦਿੱਤੇ ਕਿ ਉਹ ਆਪਣੀ ਮਨਮਰਜ਼ੀ ਨਾਲ ਕਿਸਾਨਾਂ ਪਾਸੋਂ ਲਗਾਨ ਉਗਰਾ ਸਕਦੇ ਸੀ, ਉਹਨਾਂ ਪਾਸੋਂ ਭੂਮੀ ਟੈਕਸ ਉਗਰਾ ਸਕਦੇ ਸੀ, ਜਿਸ ਨਾਲ ਕਿ ਉਹ ਆਪਣੇ ਖਜ਼ਾਨੇ ਨੂੰ ਵੀ ਭਰਦੇ ਸੀ ਅਤੇ ਇਹ ਜ਼ਮੀਂਦਾਰ ਆਪਣੀ ਕਮਾਈ ਅਤੇ ਆਪਣੀ ਐਸ਼ ਪ੍ਰਸਤੀ ਵੀ ਕਿਸਾਨਾਂ ਦੀ ਮਿਹਨਤ ਤੋਂ ਕਰਿਆ ਕਰਦੇ ਸਨ। ਸੋ ਇਸ ਪੂਰੇ ਪਾਠ ਵਿੱਚ ਆਪਾਂ ਨੇ ਇੱਥੋਂ ਇਹਦੇ ਦੋ ਭਾਗਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਹੁਣ ਆਪਾਂ ਅਗਲੇ ਸੈਸ਼ਨ ਵਿੱਚ ਫਿਰ ਮਿਲਾਂਗੇ ਅਤੇ ਉਸ ਵਿੱਚ ਆਪਾਂ ਇਸ ਦੇ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ, ਜਿਸ ਨਾਲ ਕਿ ਸਾਨੂੰ ਪਤਾ ਲੱਗੇਗਾ ਕਿ ਸਾਡਾ ਪੇਂਡੂ ਸਮਾਜ ਹੌਲੀ ਹੌਲੀ ਤਰੱਕੀ ਕਰਦਾ ਅੱਜ ਇੱਥੇ ਤੱਕ ਕਿਵੇਂ ਪਹੁੰਚਿਆ। ਇਹ ਜਾਣਨ ਲਈ ਆਪਾਂ ਨੇ ਕੁਝ ਪ੍ਰਸ਼ਨ ਉੱਤਰ ਦਾ ਸਹਾਰਾ ਵੀ ਲਿਆ ਸੀ ਕਿ ਸਾਨੂੰ ਇਸ ਪਾਠ ਨੂੰ ਰੀਕੈਪ ਕਰਨਾ ਸੌਖਾ ਰਹੇ ਅਤੇ ਅਸੀਂ ਜੋ ਜਾਣਿਆ ਉਸ ਨੂੰ ਅਸੀਂ ਕਿਵੇਂ ਆਪਣੇ ਚੇਤਿਆਂ ਵਿੱਚ ਬਿਠਾ ਸਕੀਏ। ਇਹ ਜਾਣਨ ਲਈ ਅਸੀਂ ਕੁਝ ਪ੍ਰਸ਼ਨ ਉੱਤਰ ਇੱਥੇ ਸੁਝਾਏ ਸਨ, ਜਿਨ੍ਹਾਂ ਦੇ ਉੱਤਰ ਵੀ ਆਪਾਂ ਨੇ ਦਿੱਤੇ, ਡਿਸਕਸ ਕੀਤੇ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਪ੍ਰਸ਼ਨਾਂ ਤੋਂ ਆਪਣੇ ਆਪ ਨੂੰ ਦੁਬਾਰਾ ਜਾਣਨ ਦੀ, ਇਹਨਾਂ ਨੂੰ ਦੁਹਰਾਈ ਕਰਕੇ ਅਸੀਂ ਜੋ ਅੱਜ ਪੜ੍ਹਿਆ ਉਸ ਨੂੰ ਜਾਣਨ ਦੀ। ਸੋ ਬੇਟਾ, ਮੈਨੂੰ ਆਸ ਹੈ ਕਿ ਤੁਸੀਂ ਇਹ ਜੋ ਵੀ ਆਪਾਂ ਅੱਜ ਦੋ ਮੇਨ ਪੜ੍ਹੇ ਹੈ, ਠੇਕੇ ਤੇ ਭੂਮੀ ਦੇਣ ਦਾ ਪ੍ਰਬੰਧ ਜਾਂ ਇਜਾਰੇਦਾਰੀ ਅਤੇ ਦੂਜਾ ਸਥਾਈ ਬੰਦੋਬਸਤ, ਜੋ ਕਿ ਸਾਡੇ ਦੇਸ਼ ਵਿੱਚ ਅੰਗਰੇਜ਼ਾਂ ਦੇ ਆਉਣ ਨਾਲ ਨਵੀਂ ਖੇਤੀਬਾੜੀ ਨੀਤੀ ਸ਼ੁਰੂ ਕੀਤੀ ਗਈ ਸੀ, ਉਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਇਹ ਪਿਛੋਕੜ ਨੂੰ ਜਾਣਦੇ ਹੋਏ ਅਸੀਂ ਅੱਜ ਵੀ ਅੰਦਾਜ਼ਾ ਲਾ ਸਕਦੇ ਹਾਂ ਕਿ ਅਸੀਂ ਆਪਣੀ ਖੇਤੀ 'ਚ ਕਿੱਥੋਂ ਤੱਕ ਤਰੱਕੀ ਕੀਤੀ ਹੈ। ਸੋ ਬੱਚਿਓ, ਇਹਨਾਂ ਦੀ ਦੁਹਰਾਈ ਕਰਨਾ ਅਤੇ ਪੜ੍ਹਨ ਦੀ ਤੇ ਜਾਣਨ ਦੀ ਕੋਸ਼ਿਸ਼ ਕਰਨਾ। ਅਗਲੇ ਸੈਸ਼ਨ ਵਿੱਚ ਆਪਾਂ ਫਿਰ ਮਿਲਦੇ ਹਾਂ। ਤਦ ਤੱਕ ਲਈ ਧੰਨਵਾਦ।